प्यारे बच्चियों, अज असी क्लास 10+2 के सबजैक्ट कैमिस्ट्री का टॉपिक प्योरीफिकेशन और रिफाइनिंग ऑफ मैटल्स पढ़ांगे। माई सैल्फ नवनीत कौर, लैक्चरर कैमिस्ट्री, गवर्नमेंट गर्ल्स सीनियर सैकेंडरी स्कूल बदनी कलां, डिस्ट्रिक्ट मोगा। बच्चों, सब तो पहला असी ये देखांगे कि मैटल की एक्सट्रैक्शन दे विच मेजर स्टैप्स किहड़े ने। सब तो पहला स्टैप है ओर कॉन्सनट्रेशन। इस स्टैप दे विच ओर नूं प्यूरीफाई किया जाता है, कॉन्सनट्रेट किया जाता है अते अनवांटेड जिहड़ियां रॉक्स ने उन्हां नूं रिमूव कर दिता जाता है। सैकेंड स्टैप है रिडक्शन टू क्रूड मैटल। इस स्टैप दे विच मैटल दे ऑक्साइड्स नूं रिड्यूस करके मैटल दे विच कन्वर्ट कर दिता जाता है, जिहदे नाल साडे कोले मैटल दा एक मिक्सचर है जिहड़ा वो कलैक्ट हो जाता है। थर्ड स्टैप है रिफाइनिंग टू ऑबटेन प्योर मैटल। इस स्टैप दे विच स्पैसीफिक मैटल नूं प्यूरीफाई किया जाता है ते उस दे विचों अनवांटेड जिहड़ियां इंप्योरिटीज़ ने उन्हां नूं रिमूव करके प्योर मैटल दे विच कन्वर्ट कर दिता जाता है। सो इस लैक्चर दे विच असी थर्ड स्टैप रिफाइनिंग टू ऑबटेन प्योर मैटल नूं डिटेल दे विच पढ़ांगे। Refining. A metal extracted by any method is usually contaminated with some impurity. For obtaining metals of high purity, several techniques are used depending upon the differences in the properties of the metal and the impurity. So, जो metal असी metal extraction ਦੇ ਪਹਿਲੇ steps ਦੇ ਵਿੱਚ obtain ਕਰਦੇ ਹਾਂ, ਉਹ ਮੈਟਲ ਆਮ ਤੌਰ 'ਤੇ ਇੰਪਿਓਰ ਹੁੰਦੀ ਹੈ ਅਤੇ ਉਹਨੂੰ ਅਸੀਂ ਕਹਿੰਦੇ ਹਾਂ ਕਰੂਡ ਮੈਟਲ। ਸੋ ਇਹ ਜਿਹੜੀ ਕਰੂਡ ਮੈਟਲ ਹੈ, ਇਸ ਨੂੰ ਪਿਊਰੀਫਾਈ ਕੀਤਾ ਜਾਂਦਾ ਹੈ। ਇਹਦੇ ਵਿੱਚ ਜੋ ਇੰਪਿਓਰਿਟੀਜ਼ ਨੇ ਉਹ ਕਈ ਫਾਰਮਸ ਦੇ ਵਿੱਚ ਹੋ ਸਕਦੀਆਂ ਨੇ, ਜਿਵੇਂ ਕਿ ਮੈਟਲ ਦੇ ਅਨਰਿਡਿਊਸਡ ਆਕਸਾਈਡਸ ਜਾਂ ਕੁਛ ਨੌਨ ਮੈਟਲਸ ਜਿਵੇਂ ਕਿ ਕਾਰਬਨ, ਸਿਲੀਕॉन, ਫਾਸਫੋਰਸ, ਆਰਸੈਨਿਕ, ਸਲਫਰ ਐਗਜ਼ੈਟਰਾ। ਜਾਂ ਇਹ ਕੋਈ ਫੋਰਨ ਮੈਟਲਸ ਹੋ ਸਕਦੀਆਂ ਨੇ ਜਾਂ ਸਲੈਗ ਔਰ ਫਲਕਸ ਹੋ ਸਕਦੇ ਨੇ। ਸੋ ਇਹ ਜਿਹੜੀ ਪ੍ਰੋਸੈਸ ਹੈ, ਪ੍ਰੋਸੈਸ ਆਫ ਪਿਊਰੀਫਾਈਂਗ ਦਾ ਕਰੂਡ ਮੈਟਲ ਇਜ਼ ਕਾਲਡ ਰਿਫਾਈਨਿੰਗ। ਇਹਨੂੰ ਅਸੀਂ ਬੋਲਦੇ ਹਾਂ ਰਿਫਾਈਨਿੰਗ ਆਫ ਦਾ ਮੈਟਲ। ਕਿਸੇ ਵੀ ਮੈਟਲ ਨੂੰ ਹਾਈ ਪਿਓਰਿਟੀ ਦੇ ਵਿੱਚ ਓਬਟੇਨ ਕਰਨ ਵਾਸਤੇ ਸਾਡੇ ਕੋਲੇ ਬਹੁਤ ਸਾਰੀਆਂ ਟੈਕਨੀਕਸ ਨੇ, ਜਿਹੜੀਆਂ ਡਿਪੈਂਡ ਕਰਦੀਆਂ ਨੇ ਮੈਟਲ ਅਤੇ ਇੰਪਿਊਰਿਟੀਜ਼ ਦੀਆਂ ਪ੍ਰੋਪਰਟੀਜ਼ ਦੇ ਡਿਫਰੈਂਸਿਸ 'ਤੇ। ਸੋ ਡਿਪੈਂਡਿੰਗ ਅਪੋਨ ਸਾਡੇ ਕੋਲੇ ਕਿਹੜੀ ਮੈਟਲ ਹੈ, ਅਸੀਂ ਉਹਦੇ ਲਈ ਕੋਈ ਸਪੈਸੀਫਿਕ ਟੈਕਨੀਕ ਹੈ ਜਿਹੜੀ ਯੂਜ਼ ਕਰਦੇ ਹਾਂ ਪਿਊਰੀਫਿਕੇਸ਼ਨ ਵਾਸਤੇ। ਕੁਛ ਟੈਕਨੀਕਸ ਜੋ ਸਾਡੇ ਕੋਲੇ ਹੈਗੀਆਂ ਨੇ ਉਹਨਾਂ ਦੇ ਨਾਮ ਨੇ। ਫਸਟ ਇਜ਼ ਡਿਸਟੀਲੇਸ਼ਨ, ਸੈਕਿੰਡ ਲਿਕੁਏਸ਼ਨ, third electrolysis, fourth zone refining, fifth chromatographic methods। ਇਹਦੇ ਤੋਂ ਇਲਾਵਾ ਸਾਡੇ ਕੋਲੇ ਵੇਪਰ ਫੇਜ਼ ਰਿਫਾਈਨਿੰਗ, ਵੈਨ ਆਰਕਲ ਮੈਥਡ, ਇਵੇਂ ਦੇ ਕਈ ਸਾਰੇ ਮੈਥਡਸ ਅਵੇਲੇਬਲ ਨੇ। First step is distillation. This method is used for volatile metals having boiling points lower than their impurities. For example, zinc, mercury. ਇਸ ਮੈਥਡ ਦੇ ਵਿੱਚ ਉਹ ਮੈਟਲਸ ਨੂੰ ਪਿਊਰੀਫਾਈ ਕਰਦੇ ਹਾਂ ਅਸੀਂ ਜਿਨ੍ਹਾਂ ਦੇ ਬੋਇਲਿੰਗ ਪੁਆਇੰਟਸ ਨੇ ਉਹਨਾਂ ਦੀਆਂ ਇੰਪਿਊਰਿਟੀਜ਼ ਦੇ ਨਾਲੋਂ ਲੈਸ ਹੁੰਦੇ ਨੇ। ਸੋ ਇਸ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਮੈਟਲ ਟੂ ਬੀ ਰਿਫਾਈਨਡ ਇਜ਼ ਹੀਟਡ ਅਬਵ ਇਟਸ ਬੋਇਲਿੰਗ ਪੁਆਇੰਟ। ਜਿਸ ਮੈਟਲ ਨੂੰ ਅਸੀਂ ਰਿਫਾਈਨ ਕਰਨਾ ਹੈ ਉਸਨੂੰ ਉਸਦੇ ਬੋਇਲਿੰਗ ਪੁਆਇੰਟ ਤੋਂ ਉੱਪਰ ਤੱਕ ਅਸੀਂ ਗਰਮ ਕਰਦੇ ਹਾਂ। ਇੰਪਿਊਰਿਟੀਜ਼ ਡੂ ਨੋਟ ਵੈਪੋਰਾਈਜ਼, ਕਿਉਂਕਿ ਇੰਪਿਊਰਿਟੀਜ਼ ਦਾ ਬੋਇਲਿੰਗ ਪੁਆਇੰਟ ਮੈਟਲ ਦੇ ਬੋਇਲਿੰਗ ਪੁਆਇੰਟ ਨਾਲੋਂ ਹਾਈ ਹੈ। ਸੋ ਉਸ ਟੈਂਪਰੇਚਰ ਦੇ ਉੱਪਰ ਇੰਪਿਊਰਿਟੀਜ਼ ਵੈਪੋਰਾਈਜ਼ ਨਹੀਂ ਹੁੰਦੀਆਂ। ਪਿਓਰ ਮੈਟਲ ਵੈਪੋਰਾਈਜ਼ਸ ਐਂਡ ਇਜ਼ ਕੰਡੈਂਸਡ। ਪਿਓਰ ਮੈਟਲ ਹੈ ਜਿਹੜੀ ਉਸ ਟੈਂਪਰੇਚਰ ਦੇ ਉੱਪਰ ਵੈਪੋਰਾਈਜ਼ ਹੋ ਜਾਂਦੀ ਹੈ ਅਤੇ ਉਸ ਨੂੰ ਕੰਡੈਂਸ ਕਰ ਲਿਆ ਜਾਂਦਾ ਹੈ। ਇੰਪਿਊਰਿਟੀਜ਼ ਨੇ ਜਿਹੜੀਆਂ ਉਹ ਦੇ ਆਰ ਲੈਫਟ ਬਿਹਾਈਂਡ। ਪਿਆਰੇ ਬੱਚਿਓ,
ਇਸ ਡਾਇਆਗ੍ਰਾਮ ਦੇ ਵਿੱਚ ਤੁਸੀਂ ਡਿਸਟੀਲੇਸ਼ਨ ਦਾ ਆਪਰੇਟਸ ਦੇਖ ਰਹੇ ਹੋ। ਇਸ ਆਪਰੇਟਸ ਦੇ ਵਿੱਚ ਅਸੀਂ ਇੰਪਿਓਰ ਮੈਟਲ ਨੂੰ ਇੱਕ ਰਾਊਂਡ ਬੋਟਮਡ ਫਲੈਸਕ ਦੇ ਵਿੱਚ ਬੋਇਲ ਕਰਦੇ ਹਾਂ। ਕਿਉਂਕਿ ਪਿਓਰ ਮੈਟਲ ਦਾ ਬੋਇਲਿੰਗ ਪੁਆਇੰਟ ਇੰਪਿਓਰਿਟੀਜ਼ ਦੇ ਨਾਲੋਂ ਲੈਸ ਹੈ, ਇਸ ਲਈ ਪਿਓਰ ਮੈਟਲ ਵੇਪਰਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ, ਜਿਸ ਨੂੰ ਕੰਡੈਂਸਰ ਦੇ ਵਿੱਚੋਂ ਪਾਸ ਕਰ ਲਿਆ ਜਾਂਦਾ ਹੈ ਅਤੇ ਉਹ ਲਿਕੁਇਡ ਮੈਟਲ ਦੀ ਫਾਰਮ ਦੇ ਵਿੱਚ ਸਾਨੂੰ ਨੀਚੇ ਕੰਟੇਨਰ ਦੇ ਵਿੱਚ ਅਸੀਂ ਉਹਨੂੰ ਕਲੈਕਟ ਕਰ ਲੈਂਦੇ ਹਾਂ ਅਤੇ ਜਿਹੜੀਆਂ ਇੰਪਿਓਰਿਟੀਜ਼ ਨੇ ਉਹ ਫਲੈਸਕ ਦੇ ਵਿੱਚ ਹੀ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਪਿਓਰ ਮੈਟਲ ਨੂੰ ਇੰਪਿਓਰ ਮੈਟਲ ਦੇ ਨਾਲੋਂ ਸੈਪਰੇਟ ਕਰ ਲਿਆ ਜਾਂਦਾ ਹੈ। Second method for refining of metals is liquation. This method is used for refining the metals with low melting points such as tin, lead, bismuth, etc. ਇਸ ਮੈਥਡ ਨੂੰ ਅਸੀਂ ਲੋ ਮੈਲਟਿੰਗ ਪੁਆਇੰਟ ਵਾਲੀਆਂ ਮੈਟਲਸ ਜਿਵੇਂ ਕਿ ਟਿਨ, ਲੈਡ ਅਤੇ ਬਿਸਮਿਥ ਨੂੰ ਪਿਊਰੀਫਾਈ ਕਰਨ ਵਾਸਤੇ ਯੂਜ਼ ਕਰਦੇ ਹਾਂ। ਇਸ ਫਿਗਰ ਦੇ ਵਿੱਚ ਲਿਕੁਏਸ਼ਨ ਪ੍ਰੋਸੈਸ ਨੂੰ ਦਿਖਾਇਆ ਗਿਆ ਹੈ। ਇਸ ਮੈਥਡ ਦੇ ਵਿੱਚ ਇੱਕ ਰੈਵਰਬਰੇਟਰੀ ਫਰਨੈਂਸ ਦੇ ਵਿੱਚ ਸਲੋਪਿੰਗ ਹਰਥ ਦੇ ਉੱਪਰ ਇੰਪਿਓਰ ਮੈਟਲ ਨੂੰ ਰੱਖਿਆ ਜਾਂਦਾ ਹੈ ਅਤੇ ਕਾਰਬਨ ਮੋਨੋਆਕਸਾਈਡ ਦੇ ਇਨਰਟ ਐਟਮੋਸਫੀਅਰ ਦੇ ਵਿੱਚ ਹੀਟ ਕੀਤਾ ਜਾਂਦਾ ਹੈ। ਮੈਟਲ ਮੈਲਟ ਹੋ ਕੇ ਨੀਚੇ ਵੱਲ ਨੂੰ ਫਲੋ ਕਰਦੀ ਹੈ ਅਤੇ ਨੋਨ ਫਿਊਜ਼ੀਬਲ ਇੰਪਿਓਰਿਟੀਜ਼ ਨੇ ਜਿਹੜੀਆਂ ਉਹ ਹਰਥ ਦੇ ਉੱਪਰ ਰਹਿ ਜਾਂਦੀਆਂ ਨੇ। ਇਸ ਤਰ੍ਹਾਂ ਪਿਓਰ ਮੈਟਲ ਨੂੰ ਸਲੋਪਿੰਗ ਹਰਥ ਦੇ ਬਾਟਮ 'ਤੇ ਰਿਸੀਵਰ ਦੇ ਵਿੱਚ ਕਲੈਕਟ ਕਰ ਲਿਆ ਜਾਂਦਾ ਹੈ। ਪਿਆਰੇ ਬੱਚਿਓ, ਆਓ ਅਸੀਂ ਇਸ ਪ੍ਰੋਸੈਸ ਨੂੰ ਇੱਕ ਐਨੀਮੇਟਡ ਵੀਡੀਓ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਜੋ ਤੁਸੀਂ ਦੇਖ ਰਹੇ ਹੋ ਇੱਕ ਰੈਵਰਬਰੇਟਰੀ ਫਰਨੈਂਸ ਹੈ ਜਿਸ ਦੁਆਰਾ ਹੀਟ ਸਪਲਾਈ ਕੀਤੀ ਜਾਂਦੀ ਹੈ। ਇਹ ਸਲੋਪਿੰਗ ਹਰਥ ਹੈ ਜਿਸ ਦੇ ਉੱਪਰ ਇੰਪਿਓਰ ਮੈਟਲ ਨੂੰ ਸੈਪਰੇਟ ਕੀਤਾ ਜਾਂਦਾ ਹੈ। ਇਹ ਰਿਸੀਵਰ ਹੈ ਜਿਸ ਵਿੱਚ ਪਿਓਰ ਮੈਟਲ ਨੂੰ ਕਨੈਕਟ ਕੀਤਾ ਜਾਂਦਾ ਹੈ। ਇਸ ਪੁਆਇੰਟ ਤੋਂ ਇੰਪਿਓਰ ਮੈਟਲ ਨੂੰ ਹਰਥ ਦੇ ਉੱਪਰ ਐਡ ਕੀਤਾ ਜਾਂਦਾ ਹੈ। ਇਸ ਉਪਰੰਤ ਟੈਂਪਰੇਚਰ ਦੇ ਨਾਲ ਮੈਟਲ ਮੈਲਟ ਹੋਣ ਲੱਗਦੀ ਹੈ ਅਤੇ ਨੀਚੇ ਰਿਸੀਵਰ ਦੇ ਵਿੱਚ ਇਸ ਨੂੰ ਕਲੈਕਟ ਕਰ ਲਿਆ ਜਾਂਦਾ ਹੈ, ਜਿਸ ਨੂੰ ਕਿ ਪਿਓਰ ਮੈਟਲ ਦੀ ਫਾਰਮ 'ਚ ਸੋਲੀਡੀਫਾਈ ਕਰ ਲਿਆ ਜਾਂਦਾ ਹੈ ਅਤੇ ਇੰਪਿਓਰਿਟੀਜ਼ ਹਰਥ ਉੱਪਰ ਰਹਿ ਜਾਂਦੀਆਂ ਹਨ। ਨੈਕਸਟ ਟੈਕਨੀਕ ਇਜ਼ ਜ਼ੋਨ ਰਿਫਾਈਨਿੰਗ. It is based on the principle of difference in solubilities of impurities in molten and solid state of metal. ਇਹ ਟੈਕਨੀਕ ਇਸ ਸਿਧਾਂਤ 'ਤੇ ਆਧਾਰਿਤ ਹੈ ਕਿ ਇੰਪਿਓਰਿਟੀਜ਼ ਦੀਆਂ ਸੋਲੂਬਿਲਿਟੀਜ਼ ਮੋਲਟਨ ਅਤੇ ਸੋਲਿਡ ਸਟੇਟ ਆਫ ਮੈਟਲ ਦੇ ਵਿੱਚ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਇੰਪਿਓਰਿਟੀਜ਼ ਨੇ ਜਿਹੜੀਆਂ ਇਹ ਮੈਲਟ ਦੇ ਵਿੱਚ ਜ਼ਿਆਦਾ ਸੋਲੂਬਲ ਹੁੰਦੀਆਂ ਨੇ ਐਜ਼ ਕੰਪੇਅਰ ਟੂ ਸੋਲਿਡ ਸਟੇਟ ਆਫ ਦਾ ਮੈਟਲ। ਇਹ ਟੈਕਨੀਕ ਉੱਥੇ ਯੂਜ਼ ਕੀਤੀ ਜਾਂਦੀ ਹੈ ਜਿੱਥੇ ਸਾਨੂੰ ਬਹੁਤ ਹਾਈ ਪਿਓਰਿਟੀ ਦੇ ਵਿੱਚ ਮੈਟਲ ਚਾਹੀਦੀ ਹੈ। ਫੋਰ ਐਗਜ਼ਾਮਪਲ ਸੈਮੀ ਕੰਡਕਟਰਸ ਲਾਈਕ ਸਿਲੀਕॉन, ਜਰਮੇਨੀਅਮ, ਗੈਲੀਅਮ ਆਰ ਪਿਊਰੀਫਾਈਡ ਬਾਈ ਦਿਸ ਮੈਥਡ. Elements of very high purity are obtained by this method. ਇਸ ਫਿਗਰ ਦੇ ਵਿੱਚ ਤੁਸੀਂ ਜ਼ੋਨ ਰਿਫਾਈਨਿੰਗ ਟੈਕਨੀਕ ਨੂੰ ਦੇਖ ਰਹੇ ਹੋ। ਇਸ ਵਿੱਚ ਮੈਟਲ ਰੋਡ ਨੂੰ ਇੱਕ ਥਿਨ ਬਾਰ ਦੀ ਫਾਰਮ ਦੇ ਵਿੱਚ ਕਾਸਟ ਕਰ ਲਿਆ ਜਾਂਦਾ ਹੈ ਅਤੇ ਉਸ ਦੇ ਉੱਪਰ ਇੱਕ ਮੋਬਾਈਲ ਹੀਟਰ ਨੂੰ ਬਹੁਤ ਸਲੋਲੀ ਮੂਵ ਕੀਤਾ ਜਾਂਦਾ ਹੈ। ਹੀਟਰ ਦੇ ਪੋਰਸ਼ਨ ਦੇ ਵਿੱਚ ਮੈਟਲ ਮੈਲਟ ਹੋ ਜਾਂਦੀ ਹੈ ਅਤੇ ਜਿਵੇਂ ਜਿਵੇਂ ਹੀਟਰ ਅੱਗੇ ਮੂਵ ਕਰਦਾ ਹੈ ਇੰਪਿਓਰਿਟੀਜ਼ ਵੀ ਉਸ ਮੋਲਟਨ ਪਾਰਟ ਦੇ ਵਿੱਚ ਮੂਵ ਕਰਦੀਆਂ ਜਾਂਦੀਆਂ ਹਨ, ਜਿਸ ਨੂੰ ਕਿ ਫਾਈਨਲੀ ਐਂਡ ਦੇ ਉੱਪਰ ਕੱਟ ਕਰਕੇ ਡਿਸਕਾਰਡ ਕਰ ਦਿੱਤਾ ਜਾਂਦਾ ਹੈ। ਇਸ ਵੀਡੀਓ ਵਿੱਚ ਇੱਕ ਸਰਕੂਲਰ ਹੀਟਰ ਨੂੰ ਇੰਪਿਓਰ ਜਰਮੇਨੀਅਮ ਦੀ ਰੋਡ ਉੱਪਰ ਇਨਰਟ ਗੈਸ ਦੇ ਐਟਮੋਸਫੀਅਰ ਦੇ ਵਿੱਚ ਮੂਵ ਕੀਤਾ ਜਾਂਦਾ ਹੈ।
ਜਿਵੇਂ ਹੀਟਰ ਰੋਡ ਨੂੰ ਗਰਮ ਕਰਦਾ ਹੈ ਤਾਂ ਉਹ ਮੈਲਟ ਹੋ ਜਾਂਦੀ ਹੈ ਅਤੇ ਮੋਲਟਨ ਜ਼ੋਨ ਹੀਟਰ ਦੇ ਨਾਲ ਨੀਚੇ ਵੱਲ ਨੂੰ ਮੂਵ ਕਰਦਾ ਹੈ। ਜਿਵੇਂ ਜਿਵੇਂ ਹੀਟਰ ਨੀਚੇ ਨੂੰ ਮੂਵ ਕਰਦਾ ਹੈ ਉੱਪਰ ਵਾਲਾ ਪਿਓਰ ਜਰਮੇਨੀਅਮ ਰੋਡ ਸੋਲੀਡੀਫਾਈ ਹੋ ਜਾਂਦਾ ਹੈ ਅਤੇ ਇੰਪਿਉਰਿਟੀਜ਼ ਨੀਚੇ ਮੈਲਟ ਦੇ ਵਿੱਚ ਆ ਜਾਂਦੀਆਂ ਹਨ। ਨੈਕਸਟ ਇਜ਼ ਇਲੈਕਟ੍ਰੋਲਿਟਿਕ ਮੈਥਡ। A large number of metals, for example copper, silver, gold, nickel, etc., are refined by this method. In an electrolytic cell, the impure metal is made anode and a thin strip of pure metal is made cathode. A solution of a suitable salt of the concerned metal is used to fill the electrolytic cell. On passing electricity, the anode undergoes dissolution while the pure metal gets deposited at cathode. Insoluble impurities fall below the anode in form of anode mud. ਬੱਚੋ ਇਸ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਮੈਟਲਸ ਜਿਵੇਂ ਕਿ ਕਾਪਰ, ਸਿਲਵਰ, ਗੋਲਡ, ਨਿਕਲ ਨੂੰ ਅਸੀਂ ਇਸ ਮੈਥਡ ਦੇ ਨਾਲ ਪਿਊਰੀਫਾਈ ਕਰਦੇ ਹਾਂ। ਇਸ ਮੈਥਡ ਦੇ ਵਿੱਚ ਇੰਪਿਓਰ ਮੈਟਲ ਨੂੰ ਐਨੋਡ ਬਣਾ ਲਿਆ ਜਾਂਦਾ ਹੈ ਅਤੇ ਪਿਓਰ ਮੈਟਲ ਦੀ ਇੱਕ ਪਤਲੀ ਸਟ੍ਰਿਪ ਨੂੰ ਕੈਥੋਡ ਬਣਾ ਲਿਆ ਜਾਂਦਾ ਹੈ ਅਤੇ ਉਸ ਮੈਟਲ ਦਾ ਸੂਟੇਬਲ ਸਾਲਟ ਅਸੀਂ ਐਜ਼ ਆ ਇਲੈਕਟ੍ਰੋਲਾਈਟ ਯੂਜ਼ ਕਰਦੇ ਹਾਂ। ਜਦੋਂ ਅਸੀਂ ਉਸ ਵਿੱਚੋਂ ਇਲੈਕਟ੍ਰੀਸਿਟੀ ਪਾਸ ਕਰਦੇ ਹਾਂ ਤਾਂ ਐਨੋਡ ਹੈ ਜਿਹੜਾ ਉਹ ਡਿਜ਼ੋਲਵ ਹੋ ਜਾਂਦਾ ਹੈ, ਜਦ ਕਿ ਪਿਓਰ ਮੈਟਲ ਕੈਥੋਡ ਦੇ ਉੱਪਰ ਡਿਪੋਜ਼ਿਟ ਹੋ ਜਾਂਦੀ ਹੈ। ਇੰਪਿਉਰਿਟੀਜ਼ ਨੀਚੇ ਐਨੋਡ ਮੱਡ ਦੀ ਫਾਰਮ ਦੇ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ। ਸਟੂਡੈਂਟਸ, ਅਸੀਂ ਹੁਣ ਕਾਪਰ ਮੈਟਲ ਦੀ ਇਲੈਕਟ੍ਰੋਲਿਟਿਕ ਰਿਫਾਈਨਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਸੈਟਅਪ ਦੇ ਵਿੱਚ ਅਸੀਂ ਇਸ ਬੀਕਰ ਦੇ ਵਿੱਚ ਉਸ ਸਾਲਟ ਦਾ ਸੋਲਿਊਸ਼ਨ ਲੈਂਦੇ ਹਾਂ ਜਿਸ ਦੀ ਮੈਟਲ ਨੂੰ ਅਸੀਂ ਪਿਊਰੀਫਾਈ ਕਰਨਾ ਹੈ। ਇਸ ਕੇਸ ਦੇ ਵਿੱਚ ਅਸੀਂ ਐਸਿਡੀਫਾਈਡ ਕਾਪਰ ਸਲਫੇਟ ਦਾ ਇਲੈਕਟ੍ਰੋਲਾਈਟ ਲਿਆ ਹੈ। ਐਨੋਡ ਨੂੰ ਅਸੀਂ ਇੰਪਿਓਰ ਕਾਪਰ ਦੀ ਰੋਡ ਦਾ ਬਣਾਇਆ ਹੈ ਅਤੇ ਕੈਥੋਡ ਪਿਓਰ ਕਾਪਰ ਦੀ ਰੋਡ ਹੈ। ਜਦੋਂ ਇਸ ਦੇ ਵਿੱਚੋਂ ਇਲੈਕਟ੍ਰੀਸਿਟੀ ਪਾਸ ਕੀਤੀ ਜਾਂਦੀ ਹੈ ਤਾਂ ਇਲੈਕਟ੍ਰੋਲਾਈਟ ਦੇ ਵਿੱਚ ਕਾਪਰ ਸਲਫੇਟ ਕਾਪਰ ਆਇਨਸ ਅਤੇ ਸਲਫੇਟ ਆਇਨਸ ਦੇ ਵਿੱਚ ਡਿਸੋਸੀਏਟ ਹੋ ਜਾਂਦਾ ਹੈ। ਐਨੋਡ ਦੇ ਉੱਪਰ ਕਾਪਰ ਐਟਮਸ ਇਲੈਕਟ੍ਰੋਨਸ ਲੂਜ਼ ਕਰਕੇ ਕਾਪਰ ਆਇਨਸ ਦੇ ਵਿੱਚ ਕਨਵਰਟ ਹੋ ਕੇ ਇਲੈਕਟ੍ਰੋਲਾਈਟ ਸੋਲਿਊਸ਼ਨ ਦੇ ਵਿੱਚ ਆ ਜਾਂਦੇ ਹਨ ਅਤੇ ਇਲੈਕਟ੍ਰੋਲਾਈਟ ਵਿੱਚੋਂ ਕਾਪਰ ਆਇਨਸ ਕੈਥੋਡ ਵੱਲ ਅਟਰੈਕਟ ਹੋ ਜਾਂਦੇ ਹਨ ਅਤੇ ਉੱਥੋਂ ਇਲੈਕਟ੍ਰੋਨ ਗੇਨ ਕਰਕੇ ਕਾਪਰ ਐਟਮ ਦੇ ਵਿੱਚ ਕਨਵਰਟ ਹੋ ਕੇ ਉਸ ਦੇ ਉੱਪਰ ਡਿਪੋਜ਼ਿਟ ਹੋ ਜਾਂਦੇ ਹਨ। ਜਿਵੇਂ ਜਿਵੇਂ ਇਲੈਕਟ੍ਰੀਸਿਟੀ ਪਾਸ ਹੁੰਦੀ ਜਾਂਦੀ ਹੈ ਮੋਰ ਐਂਡ ਮੋਰ ਕਾਪਰ ਦੇ ਐਟਮਸ ਐਨੋਡ ਤੋਂ ਡਿਜ਼ੋਲਵ ਹੋ ਕੇ ਕੈਥੋਡ ਉੱਪਰ ਡਿਪੋਜ਼ਿਟ ਹੁੰਦੇ ਜਾਂਦੇ ਹਨ। ਐਜ਼ ਆ ਰਿਜ਼ਲਟ ਐਨੋਡ ਦੀ ਰੋਡ ਹੈ ਜਿਹੜੀ ਉਹਦੀ ਥਿਕਨੈਸ ਘਟਦੀ ਜਾਂਦੀ ਹੈ ਅਤੇ ਕੈਥੋਡ ਰੋਡ ਜੋ ਕਿ ਪਿਓਰ ਕਾਪਰ ਹੈ ਦੀ ਥਿਕਨੈਸ ਵੱਧਦੀ ਜਾਂਦੀ ਹੈ ਅਤੇ ਐਨੋਡ ਦੇ ਉੱਪਰੋਂ ਕਿਉਂਕਿ ਐਟਮਸ ਡਿਜ਼ੋਲਵ ਹੋ ਰਹੇ ਨੇ ਅਤੇ ਇੰਪਿਉਰਿਟੀਜ਼ ਨੀਚੇ ਐਨੋਡ ਮੱਡ ਦੀ ਫਾਰਮ ਦੇ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ। ਐਨੋਡ ਦੇ ਉੱਪਰ ਜੋ ਰਿਐਕਸ਼ਨ ਹੋ ਰਹੀ ਹੈ ਉਹ ਹੈ ਕਾਪਰ ਇਜ਼ ਇਕੁਅਲ ਟੂ ਕਾਪਰ +2 ਇਲੈਕਟ੍ਰੋਨਸ। ਕਾਪਰ ਐਟਮ ਦੇ ਵਿੱਚੋਂ 2 ਇਲੈਕਟ੍ਰੋਨਸ ਲੂਜ਼ ਹੋ ਕੇ ਕਾਪਰ ਆਇਨ ਦੇ ਵਿੱਚ ਕਨਵਰਟ ਹੋ ਜਾਂਦੇ ਹਨ। ਐਟ ਕੈਥੋਡ ਕਾਪਰ +2 ਆਇਨਸ +2 ਇਲੈਕਟ੍ਰੋਨਸ ਇਜ਼ ਇਕੁਅਲ ਟੂ ਕਾਪਰ। Next technique, vapor phase refining. In this method, the metal is converted into its volatile compound and collected elsewhere. It is then decomposed to give pure metal. So, the two requirements are the metal should form a volatile compound with an available reagent. The volatile compound should be easily decomposable so that recovery is easy. ਇਸ ਮੈਥਡ ਦੇ ਵਿੱਚ ਮੈਟਲ ਨੂੰ ਇੱਕ ਵੋਲੇਟਾਈਲ ਕੰਪਾਊਂਡ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ ਅਤੇ ਕਲੈਕਟ ਕਰ ਲਿਆ ਜਾਂਦਾ ਹੈ।
ਇਸ ਤੋਂ ਬਾਅਦ ਇਸ ਨੂੰ ਡਿਕੰਪੋਜ਼ ਕਰਕੇ ਪਿਓਰ ਮੈਟਲ ਦੇ ਵਿੱਚ ਕਨਵਰਟ ਕਰ ਲਿਆ ਜਾਂਦਾ ਹੈ। ਸੋ ਇਸ ਵਾਸਤੇ ਜੋ ਦੋ ਜ਼ਰੂਰੀ ਰਿਕੁਆਇਰਮੈਂਟਸ ਨੇ ਉਹ ਇਹ ਨੇ ਕਿ ਮੈਟਲ ਕਿਸੇ ਅਵੇਲੇਬਲ ਰੀਏਜੈਂਟ ਦੇ ਨਾਲ ਵੋਲੇਟਾਈਲ ਕੰਪਾਊਂਡ ਬਣਾ ਸਕਦਾ ਹੋਵੇ। ਜੋ ਵੋਲੇਟਾਈਲ ਕੰਪਾਊਂਡ ਬਣਿਆ ਹੈ ਉਸ ਨੂੰ ਈਜ਼ੀਲੀ ਡੀਕੰਪੋਜ਼ ਕੀਤਾ ਜਾ ਸਕਦਾ ਹੋਵੇ ਤਾਂ ਕਿ ਰਿਕਵਰੀ ਆਸਾਨੀ ਦੇ ਨਾਲ ਕੀਤੀ ਜਾ ਸਕੇ। ਫੋਰ ਐਗਜ਼ਾਮਪਲ ਨਿੱਕਲ ਨੂੰ ਇਸ ਟੈਕਨੀਕ ਦੇ ਨਾਲ ਰਿਫਾਈਨ ਕੀਤਾ ਜਾਂਦਾ ਹੈ ਅਤੇ ਇਸ ਮੈਥਡ ਨੂੰ ਮੌਨਜ਼ ਪ੍ਰੋਸੈਸ ਕਿਹਾ ਜਾਂਦਾ ਹੈ। ਇਸ ਪ੍ਰੋਸੈਸ ਦੇ ਵਿੱਚ ਅਸੀਂ ਇੰਪਿਓਰ ਨਿਕਲ ਨੂੰ ਕਾਰਬਨ ਮੋਨੋਆਕਸਾਈਡ ਦੀ ਸਟੀਮ ਦੇ ਵਿੱਚ 330 ਤੋਂ 350 ਕੈਲਵਿਨ ਤੱਕ ਹੀਟ ਕਰਦੇ ਹਾਂ ਅਤੇ ਇਹ ਨਿਕਲ ਕਾਰਬੋਨਿਲ ਜੋ ਕਿ ਵੋਲੇਟਾਈਲ ਕੰਪਾਊਂਡ ਹੈ ਵਿੱਚ ਕਨਵਰਟ ਹੋ ਜਾਂਦਾ ਹੈ ਅਤੇ ਇਸ ਨੂੰ 450 ਤੋਂ 470 ਕੈਲਵਿਨ ਤੱਕ ਫਿਰ ਹੀਟ ਕੀਤਾ ਜਾਂਦਾ ਹੈ ਅਤੇ ਇਹ ਪਿਓਰ ਨਿਕਲ ਅਤੇ ਕਾਰਬਨ ਮੋਨੋਆਕਸਾਈਡ ਵਿੱਚ ਬ੍ਰੇਕਅਪ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਮੌਨਜ਼ ਪ੍ਰੋਸੈਸ ਰਾਹੀਂ ਇੰਪਿਓਰ ਨਿਕਲ ਤੋਂ ਪਿਓਰ ਨਿਕਲ ਜਨਰੇਟ ਕਰ ਸਕਦੇ ਹਾਂ। Van Erkel method. This method is very useful for preparing pure metals by removing all the oxygen and nitrogen present in the form of impurity in certain metals like zirconium and titanium which are used in space technology. ਇਹ ਮੈਥਡ ਅਸੀਂ ਯੂਜ਼ ਕਰਦੇ ਹਾਂ ਅਲਟਰਾ ਪਿਓਰ ਮੈਟਲਸ ਪ੍ਰਪੇਅਰ ਕਰਨ ਵਾਸਤੇ। ਇਸ ਮੈਥਡ ਦੇ ਵਿੱਚ ਮੈਟਲ ਨੂੰ ਵੋਲੇਟਾਈਲ ਅਨਸਟੇਬਲ ਕੰਪਾਊਂਡ ਜਿਵੇਂ ਕਿ ਆਇਓਡਾਈਡ ਦੇ ਵਿੱਚ ਕਨਵਰਟ ਕਰ ਲਿਆ ਜਾਂਦਾ ਹੈ ਅਤੇ ਇੰਪਿਓਰਿਟੀਜ਼ ਇਸ ਦੇ ਵਿੱਚ ਕਨਵਰਟ ਨਹੀਂ ਹੁੰਦੀਆਂ। ਸੋ ਉਹ ਜੋ ਸਾਡੇ ਕੋਲੇ ਵੋਲੇਟਾਈਲ ਕੰਪਾਊਂਡ ਆ ਜਾਂਦਾ ਹੈ ਉਸ ਨੂੰ ਫਿਰ ਅਸੀਂ ਹਾਇਰ ਟੈਂਪਰੇਚਰ 'ਤੇ ਹੀਟ ਕਰਕੇ ਡੀਕੰਪੋਜ਼ ਕਰ ਲੈਂਦੇ ਹਾਂ ਟੂ ਗੈਟ ਪਿਓਰ ਮੈਟਲ। ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜ਼ਿਰਕੋਨੀਅਮ ਨੂੰ ਅਸੀਂ ਕਿਸ ਤਰ੍ਹਾਂ ਕਨਵਰਟ ਕਰਦੇ ਹਾਂ ਪਿਓਰ ਜ਼ਿਰਕੋਨੀਅਮ ਦੇ ਵਿੱਚ। ਸੋ ਜਿਵੇਂ ਕਿ ਤੁਸੀਂ ਰਿਐਕਸ਼ਨ ਦੇਖ ਰਹੇ ਹੋ ਜ਼ਿਰਕੋਨੀਅਮ ਪਲਸ ਆਇਓਡੀਨ ਇਟ ਫਾਰਮ ਜ਼ਿਰਕੋਨੀਅਮ ਆਇਓਡਾਈਡ which is then decomposed at high temperature to form pure zirconium and iodine, and same reaction can be done for titanium. Students, ਹੁਣ ਅਸੀਂ ਸਕਰੀਨ ਦੇ ਉੱਪਰ ਵੈਨ ਐਰਕਲ ਮੈਥਡ ਦਾ ਆਪਰੇਟਸ ਦੇਖ ਰਹੇ ਹਾਂ। ਇਸ ਆਪਰੇਟਸ ਦੇ ਵਿੱਚ ਅਸੀਂ ਟਾਈਟੇਨੀਅਮ ਜਾਂ ਜ਼ਿਰਕੋਨੀਅਮ ਨੂੰ ਇਵੈਕੂਏਟਡ ਸਿਸਟਮ ਦੇ ਵਿੱਚ ਹੀਟ ਕਰਦੇ ਹਾਂ ਵਿਦ ਆਇਓਡੀਨ to form volatile compound zirconium iodide। ਫਿਰ ਇਸ ਕੰਪਾਊਂਡ ਨੂੰ ਅਸੀਂ ਵਾਈਟ ਟੰਗਸਟਨ ਫਿਲਾਮੈਂਟ ਦੇ ਉੱਪਰ ਹੀਟ ਕਰਦੇ ਹਾਂ ਐਟ ਅਰਾਊਂਡ 1800 ਕੈਲਵਿਨ। then it gets decomposed into pure zirconium and iodine। same process ਹੈ ਜਿਹੜਾ ਅਸੀਂ ਰਿਪੀਟ ਕਰ ਸਕਦੇ ਹਾਂ for titanium to form titanium tetraiodide which get decomposed to give pure titanium. Next purification technique is chromatographic method। ਇਹ ਇੱਕ ਮਾਡਰਨ ਮੈਥਡ ਹੈ ਸੈਪਰੇਸ਼ਨ ਦਾ ਜਿਹੜਾ ਕਿ ਮੈਟਲ ਤੇ ਉਹਦੀਆਂ ਇੰਪਿਓਰਿਟੀਜ਼ ਦੀਆਂ ਡਿਫਰੈਂਟ ਐਡਜ਼ੋਰਬਿੰਗ ਕਪੈਸਿਟੀਜ਼ 'ਤੇ ਬੇਸਡ ਹੈ ਇਨ ਅ ਸੂਟੇਬਲ ਐਡਜ਼ੋਰਬੈਂਟ। ਕ੍ਰੋਮੈਟੋਗ੍ਰਾਫਿਕ ਮੈਥਡ ਦੇ ਵਿੱਚ ਸਿਲੈਕਟਿਵ ਡਿਸਟਰੀਬਿਊਸ਼ਨ ਹੁੰਦੀ ਹੈ ਕੰਪੋਨੈਂਟ ਦੇ ਮਿਕਸਚਰ ਦੀ ਬਿਟਵੀਨ ਟੂ ਫੇਜ਼ਸ ਮੋਬਾਈਲ ਫੇਜ਼ ਔਰ ਮੂਵਿੰਗ ਫੇਜ਼ ਐਂਡ ਸਟੇਸ਼ਨਰੀ ਫੇਜ਼। ਮਿਕਸਚਰ ਨੂੰ ਲਿਕੁਇਡ ਜਾਂ ਗੈਸ਼ੀਅਸ ਮੀਡੀਅਮ ਜਿਹਨੂੰ ਕਿ ਮੂਵਿੰਗ ਫੇਜ਼ ਕਿਹਾ ਜਾਂਦਾ ਹੈ ਦੇ ਵਿੱਚ ਮੂਵ ਕੀਤਾ ਜਾਂਦਾ ਹੈ ਇੱਕ ਪੋਰਸ ਮੀਡੀਅਮ ਦੇ ਵਿੱਚੋਂ ਜਿਸ ਨੂੰ ਕਿ ਸਟੇਸ਼ਨਰੀ ਫੇਜ਼ ਕਿਹਾ ਜਾਂਦਾ ਹੈ। ਅਲੱਗ-ਅਲੱਗ ਕੰਪੋਨੈਂਟਸ ਇਸ ਕਾਲਮ ਦੇ ਅਲੱਗ-ਅਲੱਗ ਲੈਵਲ 'ਤੇ ਐਡਜ਼ੋਰਬ ਹੋ ਜਾਂਦੇ ਹਨ। ਸੈਪਰੇਸ਼ਨ ਤੋਂ ਬਾਅਦ ਅਲੱਗ-ਅਲੱਗ ਐਡਜ਼ੋਰਬ ਹੋਏ ਕੰਪੋਨੈਂਟਸ ਨੂੰ ਕਿਸੇ ਸੂਟੇਬਲ ਸੋਲਵੈਂਟ ਦੇ ਨਾਲ ਐਕਸਟਰੈਕਟ ਕਰ ਲਿਆ ਜਾਂਦਾ ਹੈ। ਇਸ ਪ੍ਰੋਸੈਸ ਨੂੰ ਇਲਿਊਸ਼ਨ ਕਿਹਾ ਜਾਂਦਾ ਹੈ। ਸੋ ਇਸ ਟੈਕਨੀਕ ਦੇ ਵਿੱਚ ਦੋ ਫੇਜ਼ਸ ਹੁੰਦੇ ਹਨ। ਫਸਟ ਫੇਜ਼ ਹੈ ਸਟੇਸ਼ਨਰੀ ਫੇਜ਼ ਜਿਸ ਦਾ ਕਿ ਲਾਰਜ ਸਰਫੇਸ ਏਰੀਆ ਹੁੰਦਾ ਹੈ
ਤੇ ਸੈਕਿੰਡ ਹੈ ਮੂਵਿੰਗ ਫੇਜ਼, ਜਿਹਨੂੰ ਕਿ ਫ੍ਰੀਲੀ ਐਂਡ ਸਲੋਲੀ ਮੂਵ ਕਰਨ ਦਿੱਤਾ ਜਾਂਦਾ ਹੈ ਓਵਰ ਦਾ ਸਟੇਸ਼ਨਰੀ ਫੇਜ਼। ਸਟੇਸ਼ਨਰੀ ਫੇਜ਼ ਸੋਲਿਡ ਜਾਂ ਲਿਕੁਇਡ ਹੋ ਸਕਦਾ ਹੈ, ਵਾਈਲ ਮੂਵਿੰਗ ਫੇਜ਼ ਲਿਕੁਇਡ ਜਾਂ ਗੈਸ ਫਾਰਮ ਦੇ ਵਿੱਚ ਹੋ ਸਕਦਾ ਹੈ। ਇਸ ਵਿੱਚ ਅਸੀਂ ਇੱਕ ਗਲਾਸ ਦੇ ਕਾਲਮ ਦੇ ਵਿੱਚ ਸਟੇਸ਼ਨਰੀ ਫੇਜ਼ ਨੂੰ ਫਿਲ ਕਰਦੇ ਹਾਂ, ਜੋ ਕਿ ਸਿਲਿਕਾ, ਐਲੂਮੀਨਾ ਜਾਂ ਸੈਲੂਲੋਜ਼ ਹੋ ਸਕਦਾ ਹੈ, ਅਤੇ ਨੀਚੇ ਤੋਂ ਉਸ ਨੂੰ ਅਸੀਂ ਕਾਟਨ ਜਾਂ ਗਲਾਸ ਵੂਲ ਦੇ ਨਾਲ ਫਿਲ ਕਰ ਦਿੰਦੇ ਹਾਂ ਤਾਂ ਕਿ ਕਾਲਮ ਨੂੰ ਸਪੋਰਟ ਕੀਤਾ ਜਾ ਸਕੇ। ਕਾਲਮ ਦੇ ਟੌਪ ਦੇ ਉੱਪਰ ਅਸੀਂ ਸੈਂਪਲ ਨੂੰ ਲੋਡ ਕਰਦੇ ਹਾਂ ਇਨ ਪ੍ਰੈਜ਼ੈਂਸ ਆਫ ਮੋਬਾਈਲ ਫੇਜ਼। ਮੋਬਾਈਲ ਫੇਜ਼ ਵਿਦ ਦ ਇਫੈਕਟ ਆਫ ਗ੍ਰੈਵਿਟੀ ਅਲੋਂਗ ਵਿਦ ਸੈਂਪਲ ਮੂਵ ਕਰਦਾ ਹੈ ਥਰੂ ਸਟੇਸ਼ਨਰੀ ਫੇਜ਼, ਅਤੇ ਸੈਂਪਲ ਦੇ ਕੰਪੋਨੈਂਟਸ ਅਲੱਗ-ਅਲੱਗ ਲੈਵਲ 'ਤੇ ਐਡਜ਼ੋਰਬ ਹੋ ਜਾਂਦੇ ਹਨ ਬਿਕੋਜ਼ ਆਫ ਡਿਫਰੈਂਟ ਐਡਜ਼ੋਰਬਿੰਗ ਕਪੈਸਿਟੀਜ਼। ਫੋਰ ਐਗਜ਼ਾਮਪਲ, ਇਸ ਵਿੱਚ ਗ੍ਰੀਨ ਮੋਲੀਕਿਊਲਸ ਦੀ ਐਡਜ਼ੋਰਪਸ਼ਨ ਲੈਸ ਹੈ ਐਜ਼ ਕੰਪੇਅਰ ਟੂ ਡਾਰਕ ਬਲੂ ਔਰ ਪਰਪਲ ਮੋਲੀਕਿਊਲਸ, ਕਿਉਂਕਿ ਉਹ ਜ਼ਿਆਦਾ ਇੰਟਰੈਕਟ ਕਰਦੇ ਨੇ ਸਟੇਸ਼ਨਰੀ ਫੇਜ਼ ਦੇ ਨਾਲ। ਸੋ ਇਸ ਨੂੰ ਇਨਕਰੀਜ਼ ਕਰਨ ਵਾਸਤੇ ਇਸ ਦੇ ਰੇਟ ਨੂੰ ਅੰਡਰ ਹਾਈ ਪ੍ਰੈਸ਼ਰ ਕੰਪਰੈਸਡ ਗੈਸ ਲਾਈਕ ਆਰਗਨ ਔਰ ਨਾਈਟ੍ਰੋਜਨ ਨੂੰ ਯੂਜ਼ ਕੀਤਾ ਜਾਂਦਾ ਹੈ, ਅਤੇ ਇਸ ਉਪਰੰਤ ਸੂਟੇਬਲ ਸੋਲਵੈਂਟ, ਜਿਸ ਨੂੰ ਇਲਿਊਐਂਟ ਕਿਹਾ ਜਾਂਦਾ ਹੈ, ਨਾਲ ਸੈਂਪਲਸ ਨੂੰ ਕਲੈਕਟ ਕਰ ਲਿਆ ਜਾਂਦਾ ਹੈ। ਸਟੂਡੈਂਟਸ, ਆਓ ਹੁਣ ਅਸੀਂ ਇੱਕ ਇੰਟਰਸਟਿੰਗ ਵੀਡੀਓ ਦੇ ਨਾਲ ਕਾਲਮ ਕ੍ਰੋਮੈਟੋਗ੍ਰਾਫੀ ਨੂੰ ਹੋਰ ਡੀਪਲੀ ਸਮਝਣ ਦੀ ਕੋਸ਼ਿਸ਼ ਕਰੀਏ। ਬੱਚੋ, ਅਸੀਂ ਪਿਊਰੀਫਿਕੇਸ਼ਨ ਔਰ ਰਿਫਾਈਨਿੰਗ ਆਫ ਮੈਟਲਸ ਦਾ ਟੌਪਿਕ ਪੜ੍ਹਨ ਤੋਂ ਬਾਅਦ ਅਸੀਂ ਇਸ ਨੂੰ ਸਮਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਟਲ ਦੀ ਐਕਸਟ੍ਰੈਕਸ਼ਨ ਤੋਂ ਬਾਅਦ ਸਾਨੂੰ ਜੋ ਮੈਟਲ ਪ੍ਰਾਪਤ ਹੁੰਦੀ ਹੈ ਉਹ ਆਮ ਤੌਰ 'ਤੇ ਪਿਓਰ ਨਹੀਂ ਹੁੰਦੀ, ਉਹਦੇ ਵਿੱਚ ਕੁਝ ਇੰਪਿਊਰਿਟੀਜ਼ ਹੁੰਦੀਆਂ ਨੇ, ਉਹਨੂੰ ਅਸੀਂ ਕਰੂਡ ਮੈਟਲ ਬੋਲਦੇ ਹਾਂ। ਉਸ ਮੈਟਲ ਨੂੰ ਹਾਈ ਪਿਓਰਿਟੀ ਦੇ ਵਿੱਚ ਓਬਟੇਨ ਕਰਨ ਵਾਸਤੇ ਅਸੀਂ ਕੁਝ ਟੈਕਨੀਕਸ ਯੂਜ਼ ਕਰਦੇ ਹਾਂ ਜੋ ਮੈਟਲ ਅਤੇ ਇੰਪਿਊਰਿਟੀ ਦੀਆਂ ਪ੍ਰੋਪਰਟੀਜ਼ ਦੇ ਡਿਫਰੈਂਸ 'ਤੇ ਡਿਪੈਂਡ ਕਰਦੀਆਂ ਨੇ। ਸੋ ਕੁਝ ਕੁ ਟੈਕਨੀਕਸ ਜੋ ਅਸੀਂ ਪੜ੍ਹ ਚੁੱਕੇ ਹਾਂ ਉਹ ਹੈ ਡਿਸਟੀਲੇਸ਼ਨ, ਲਿਕੁਏਸ਼ਨ, ਇਲੈਕਟ੍ਰੋਲਿਸਿਸ, ਜ਼ੋਨ ਰਿਫਾਈਨਿੰਗ, ਕ੍ਰੋਮੈਟੋਗ੍ਰਾਫਿਕ ਮੈਥਡ, ਇਸ ਤੋਂ ਇਲਾਵਾ ਵੇਪਰ ਫੇਜ਼ ਰਿਫਾਈਨਿੰਗ ਐਂਡ ਵੈਨ ਐਰਕਲ ਮੈਥਡਸ ਆਰ ਆਲਸੋ ਯੂਜ਼ਡ ਫॉर द ਰਿਫਾਈਨਿੰਗ ਆਫ ਮੈਟਲਸ। ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਟੌਪਿਕ ਬਹੁਤ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਆਓ ਅਸੀਂ ਹੁਣ ਇਸ ਟੌਪਿਕ 'ਤੇ ਬੇਸਡ ਕੁਝ ਕੁਐਸਚਨਸ ਦੇ ਆਨਸਰ ਕਰਨ ਦੀ ਕੋਸ਼ਿਸ਼ ਕਰੀਏ। First question is, which method of refining is generally used when a metal of high degree of purity is needed? ਜਦੋਂ ਸਾਨੂੰ ਬਹੁਤ ਹਾਈ ਡਿਗਰੀ ਪਿਓਰਿਟੀ ਚਾਹੀਦੀ ਹੋਏ ਮੈਟਲ ਦੀ ਤਾਂ ਅਸੀਂ ਕਿਹੜਾ ਮੈਥਡ ਯੂਜ਼ ਕਰਦੇ ਹਾਂ। ਨੈਕਸਟ ਕੁਐਸਚਨ, ਨੇਮ ਦਾ ਮੈਥਡ ਯੂਜ਼ਡ ਫॉर द ਰਿਫਾਈਨਿੰਗ ਆਫ ਨਿਕਲ। ਨਿਕਲ ਨੂੰ ਰਿਫਾਈਨ ਕਰਨ ਲਈ ਕਿਸ ਮੈਥਡ ਦੀ ਵਰਤੋਂ ਕੀਤੀ ਜਾਂਦੀ ਹੈ। Next question is, which method is used for refining the metals with low melting points? ਉਹ ਮੈਟਲਸ ਜਿਨ੍ਹਾਂ ਦੇ ਮੈਲਟਿੰਗ ਪੁਆਇੰਟਸ ਬਹੁਤ ਲੋ ਹੁੰਦੇ ਹਨ ਉਹਨਾਂ ਨੂੰ ਰਿਫਾਈਨ ਕਰਨ ਲਈ ਕਿਸ ਮੈਥਡ ਦੀ ਵਰਤੋਂ ਕੀਤੀ ਜਾਂਦੀ ਹੈ।
State whether the statements are true or false. First, electrolytic method is used for refining of copper. Copper ਦੀ refining ਵਾਸਤੇ electrolytic method ਦੀ ਵਰਤੋਂ ਕੀਤੀ ਜਾਂਦੀ ਹੈ. Second, distillation method is used for high boiling liquids. Distillation method high boiling liquids ਲਈ ਵਰਤਿਆ ਜਾਂਦਾ ਹੈ. Third, Van Erkel method is used for purification of titanium. Titanium metal ਦੀ purification ਲਈ Van Erkel method ਦੀ ਵਰਤੋਂ ਕੀਤੀ ਜਾਂਦੀ ਹੈ. That's all regarding purification or refining of metals. Thanks.